ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਜਿਹੜੀ ਅਸੀਂ ਰੋਜ਼ਾਨਾ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਉਹ ਲੈ ਕੇ ਹਾਜ਼ਰ ਹੋਇਆ। ਅੱਜ ਜਾਣਕਾਰੀ ਸਾਂਝੀ ਕਰਨ ਦਾ 38ਵਾਂ ਦਿਨ ਹੈ। ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ ਲਗਭਗ 31,52,000 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ ਲਗਭਗ 2,18,000 ਮੌਤਾਂ ਦਾ ਕਾਰਨ ਬਣਿਆ ਹੈ। ਭਾਰਤ ਵਿੱਚ ਇਸਨੇ 31,332 ਲੋਕਾਂ ਨੂੰ ਸੰਕਰਮਿਤ ਕੀਤਾ ਹੈ, ਜਿਹਦੇ ਵਿੱਚ 1,008 ਮੌਤਾਂ ਸ਼ਾਮਿਲ ਹਨ। ਪੰਜਾਬ ਸਰਕਾਰ ਨੇ ਪੰਜਾਬ ਸੂਬੇ ਵਿੱਚ ਜਿਹੜਾ ਕਰਫਿਊ ਹੈ ਉਹਦੀ ਮਿਆਦ ਵਧਾ ਕੇ 17 ਮਈ ਤੱਕ ਕਰ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਸਰਕਾਰ ਨੇ ਕੁਝ ਇੱਕ ਸਹੂਲਤਾਂ ਵੀ ਰਿਲੈਕਸੇਸ਼ਨ ਵੀ ਲੋਕਾਂ ਨੂੰ ਦਿੱਤੇ ਨੇ। ਇਹ ਜਿਹੜੀ ਛੋਟਾ ਹੈ, ਇਹ ਜਿਹੜੇ ਕੰਟੇਨਮੈਂਟ ਜ਼ੋਨ, ਰੈੱਡ ਜ਼ੋਨਸ ਜਾਂ ਜਿਹੜੇ ਸਾਡੇ ਹੌਟਸਪੌਟ ਵਾਲੇ ਏਰੀਆਜ਼ ਹੈ ਉਹਨਾਂ ਤੇ ਲਾਗੂ ਨਹੀਂ ਹੋਣਗੇ ਅਤੇ ਇਹਨਾਂ ਜ਼ੋਨਾਂ 'ਚ ਜਿਹੜੀ ਵੀ ਸਾਡੀ ਸੇਫਟੀ ਪ੍ਰੋਟੋਕੋਲ ਜਿਹੜੀ ਕੋਰੋਨਾ ਵਾਇਰਸ ਦੀ ਹੈ ਤੇ ਸਰਕਾਰ ਦੀਆਂ ਜਿਹੜੀ ਵੱਖਰੀ ਸੇਫਟੀ ਗਾਈਡਲਾਈਨਸ, ਹੈਲਥ ਦੀ ਗਾਈਡਲਾਈਨਸ ਆਉਂਦੀ ਹੈ ਉਹ ਲਾਗੂ ਰਹਿਣਗੀਆਂ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੁਝ ਦੁਕਾਨਾਂ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ ਖੁੱਲੀਆਂ ਰਹਿਣਗੀਆਂ, ਲੇਕਿਨ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੀ ਖੁੱਲਣ ਵਾਲੀ ਦੁਕਾਨਾਂ ਹੈ ਇਹਨਾਂ ਨੂੰ ਸਾਰੀਆਂ ਸਰਕਾਰ ਦੀਆਂ ਹਿਦਾਇਤਾਂ ਅਤੇ ਸੇਫਟੀ ਦੀ ਜਿਹੜੀ ਵੀ ਕੋਰੋਨਾ ਵਾਇਰਸ ਸੰਬੰਧੀ ਪ੍ਰੋਟੋਕੋਲਸ ਆਉਂਦੀ ਹੈ, ਭਾਵੇਂ ਉਹ ਕੇਂਦਰ ਸਰਕਾਰ ਦੀ ਹੋਵੇ ਭਾਵੇਂ ਸੂਬੇ ਦੀ ਸਰਕਾਰ ਦੀ ਹੋਵੇ, ਉਹ ਮੰਨਣਾ ਜ਼ਰੂਰੀ ਹੋਵੇਗਾ। ਸਰਕਾਰ ਨੇ ਇਹ ਵੀ ਦੁਹਰਾਇਆ ਹੈ ਕਿ ਕੰਟੇਨਮੈਂਟ ਜ਼ੋਨ ਜਾਂ ਹੌਟਸਪੌਟ ਵਿੱਚ ਕਿਸੇ ਵੀ ਉਦਯੋਗਿਕ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਹਾਲਾਂਕਿ ਜਿਹੜੇ ਬਾਕੀ ਖੇਤਰ ਜਿੱਥੇ ਕਿ ਇਸ ਤਰ੍ਹਾਂ ਦੇ ਹੌਟਸਪੌਟ ਜਾਂ ਰੈੱਡ ਜ਼ੋਨਸ ਨਹੀਂ ਆਇਡੈਂਟੀਫਾਈਡ ਹੈ, ਉੱਥੇ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਦਯੋਗਿਕ ਇਕਾਈਆਂ ਨੂੰ ਚਾਲੂ ਕਰਨ ਦੀ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। और पंजाब सरकार ने दूजे देशों में रह रहे फंसे हुए नागरिक ਜਿਹੜੇ ਕਿ ਵਾਪਸ ਪੰਜਾਬ ਲੌਟਣਾ ਚਾਹੁੰਦੇ ਹਨ ਉਹਨਾਂ ਨੂੰ ਰਿਕਵੈਸਟ ਕੀਤੀ ਹੈ, ਬੇਨਤੀ ਕੀਤੀ ਹੈ ਕਿ ਜੇਕਰ ਉਹ ਵਾਪਸ ਆਉਣਾ ਚਾਹੁੰਦੇ ਹਨ ਤਾਂ ਉਹ ਸਾਡੀ ਵੈਬਸਾਈਟ ਹੈ www.covidhelp.punjab.gov.in ਤੇ ਜਾकर ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ ਜੇ ਉਹ ਵਾਪਸ ਆਉਣਾ ਚਾਹੁੰਦੇ ਹਨ ਦੂਜੇ ਦੇਸ਼ਾਂ ਤੋਂ। ਜਿਹੜੇ ਲੋਕਾਂ ਨੇ ਇਸ ਲਈ ਡਿਸਟ੍ਰਿਕਟ ਦੀ ਜ਼ਿਲ੍ਹੇ ਦੀ ਜਿਹੜੀ ਹੈਲਪਲਾਈਨਾਂ ਤੇ ਖੁਦ ਨੂੰ ਪਹਿਲੇ ਰਜਿਸਟਰ ਕਰਵਾਇਆ ਹੋਇਆ ਹੈ ਉਹਨਾਂ ਨੂੰ ਵਾਪਸ ਰੀਅਪਲਾਈ ਕਰਨ ਦੀ ਮੁੜ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲੇ ਦੇ ਨਮੂਨਿਆਂ ਦੀ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸ ਦੀ ਟੈਸਟ ਲਈ ਕੁੱਲ 18,700 ਨਮੂਨੇ ਭੇਜੇ ਸਨ। ਉਹਨਾਂ ਚੋਂ ਲਗਭਗ 15,700 ਨਮੂਨੇ ਜਿਹੜੇ ਹੈ ਉਹ ਨੈਗੇਟਿਵ ਪਾਏ ਗਏ ਹਨ। ਕੁੱਲ ਜਿਹੜੇ 375 ਜਿਹੜੇ ਨਮੂਨੇ ਹੈ ਉਹ ਪੋਜ਼ਿਟਿਵ ਪਾਏ ਗਏ ਨੇ। ਕੱਲ ਤੱਕ ਇਹ ਜਿਹੜਾ ਆંકੜਾ ਸੀਗਾ ਉਹ 342 ਦਾ ਸੀਗਾ। ਬਦਕਿਸਮਤੀ ਦੇ ਨਾਲ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਕੋਈ ਵੀ ਮੌਤ ਦਾ ਨਵਾਂ ਮਾਮਲਾ ਸਾਡੇ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਬਾਅਦ ਇੱਕ ਕਈ ਵਾਰ ਆਪ ਜੀ ਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਅਸੀਂ ਸਵਾਲ ਜਵਾਬਾਂ ਦਾ ਸਿਲਸਿਲਾ ਵੀ ਕਰਦੇ ਹੁੰਦੇ ਨੇ ਤੇ ਸਾਨੂੰ ਜਿਹੜੇ ਵੱਖਰੇ ਸੋਸ਼ਲ ਪਲੇਟਫਾਰਮਾਂ ਤੋਂ ਜਿਹੜੇ ਸਵਾਲ ਪ੍ਰਾਪਤ ਹੁੰਦੇ ਆ ਉਹਨਾਂ ਦੇ ਬਾਰੇ ਸਰਕਾਰ ਦੀਆਂ ਜਿਹੜੀ ਹਿਦਾਇਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੁਣ ਜਿੱਦਾਂ ਅਸੀਂ ਆਪਣੇ ਬੁਲੇਟਿਨ 'ਚ ਸ਼ੇਅਰ ਕੀਤਾ ਕਿ ਜਿਹੜੀ ਉਦਯੋਗਿਕ ਸਰਗਰਮੀ ਦੀ ਇਜਾਜ਼ਤ ਕੁਝ ਏਰੀਆ ਜਿੱਥੇ ਹੌਟਸਪੌਟਸ ਨਹੀਂ ਹੈ ਉੱਥੇ ਦਿੱਤੀ ਜਾ ਰਹੀ ਹੈ। ਤਾਂ ਇੰਡਸਟਰੀਅਲ ਜ਼ੋਨਾਂ 'ਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਤੇ ਬਾਕੀ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਦੀ ਸਹੂਲਤ ਲਈ ਸਰਕਾਰ ਨੇ ਕੁਝ ਹਿਦਾਇਤਾਂ ਜਿਹੜੀ ਸੇਫਟੀ ਪ੍ਰੋਟੋਕੋਲਸ ਹੈ ਉਹ ਸ਼ੇਅਰ ਕੀਤੀ ਹੈ। ਲੋਕਾਂ ਨੇ ਸਾਨੂੰ ਤੋਂ ਪੁੱਛਿਆ ਕਿ ਫੈਕਟਰੀਆਂ 'ਚ ਕੰਮ ਕਰਨਾ ਕਿੰਨਾ ਸੁਰੱਖਿਅਤ ਹੈ, ਉਹਦੇ ਬਾਰੇ ਅਸੀਂ ਦੱਸਣਾ ਚਾਹੁੰਦੇ ਨੇ ਕਿ ਜੇ ਤੁਸੀਂ ਸੇਫਟੀ ਪ੍ਰੋਟੋਕੋਲਸ ਦੀ ਜਿਹੜੀ ਸਾਡੀ ਹੈ ਉਹਨਾਂ ਦੀ ਤੁਸੀਂ ਫੋਲੋ ਕਰੋਗੇ ਉਹਨਾਂ ਨੂੰ ਤਾਂ ਇਹ ਜਿਹੜਾ ਹੈ ਕਰੋਨਾ ਵਾਇਰਸ ਹੈ ਉਹ ਤੋਂ ਤੁਸੀਂ ਬਚੇ ਰਹੋਗੇ। ਕੁਝ ਇੱਕ ਜਨਰਲ ਇੰਸਟਰਕਸ਼ਨਸ ਨੇ ਉਹ ਹਰ ਥਾਂ ਤੇ ਲਾਗੂ ਹੁੰਦੀ ਨੇ, ਭਾਵੇਂ ਉਹ ਇੰਡਸਟਰੀ ਹੋਵੇ, ਭਾਵੇਂ ਬੈਂਕ ਹੋਵੇ, ਭਾਵੇਂ ਆਪਣਾ ਘਰ ਹੋਵੇ। ਉਹ ਪ੍ਰੋਟੋਕੋਲਸ ਇੰਡਸਟਰੀਜ਼ 'ਤੇ ਵੀ ਲਾਗੂ ਰਹਿਣਗੀਆਂ। ਇਹ ਬੇਸਿਕ ਹੁੰਦੀਆਂ ਜਿੱਦਾਂ ਕਿ ਹੈਂਡ ਹਾਈਜੀਨ ਯਾਨੀ ਆਪਣੇ ਹੱਥਾਂ ਨੂੰ ਸਾਫ਼ ਰੱਖਣਾ। ਹੱਥਾਂ ਦੀ ਸਫਾਈ ਆਪਾਂ ਸਾਬਣ ਜਾਂ ਸੈਨੀਟਾਈਜ਼ਰ ਦੋਨਾਂ ਦੇ ਰਾਹੀਂ ਕਰ ਸਕਦੇ ਹਾਂ। ਸਾਬਣ ਦੇ ਨਾਲ ਆਪਾਂ ਘੱਟੋ ਘੱਟ 20 ਸੈਕਿੰਡ ਤੇ ਸੈਨੀਟਾਈਜ਼ਰ ਨਾਲ 40 ਸੈਕਿੰਡ ਆਪਾਂ ਨੂੰ ਆਪਣੇ ਹੱਥਾਂ ਨੂੰ ਸਾਫ਼ ਕਰਨਾ ਹੈ। ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਕਈ ਵਾਰ ਆਪਣੇ ਹੱਥ ਆਪਾਂ ਨੂੰ ਸਾਫ਼ ਦਿਸਦੇ ਹੁੰਦੇ ਆ ਲੇਕਿਨ ਹੁੰਦੇ ਨਹੀਂ ਹੈ। ਸੋ ਇਹ ਲਗਭਗ 2-2 ਘੰਟੇ ਬਾਅਦ ਆਪਾਂ ਨੂੰ ਆਪਣੇ ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ ਹੈ। ਦੂਜਾ ਹੈ ਮਾਸਕ ਹਰ ਵੇਲੇ ਚਿਹਰੇ ਤੇ ਰਹਿਣਾ ਚਾਹੀਦਾ ਹੈ ਜਦੋਂ ਤੁਸੀਂ ਘਰ ਤੋਂ ਬਾਹਰ ਹੋ। ਇਹ ਜਿਹੜਾ ਮਾਸਕ ਹੈ ਇਹ ਜ਼ਰੂਰੀ ਨਹੀਂ ਹੈ ਕਿ ਟ੍ਰਿਪਲ ਲੇਅਰ ਜਾਂ ਕੋਈ ਹੋਰ N95 ਤਰ੍ਹਾਂ ਦਾ ਹੋਵੇ। ਇਹ ਸਿੰਪਲ ਕੱਪੜੇ ਦਾ ਸੂਤੀ ਮਾਸਕ ਵੀ ਹੋ ਸਕਦਾ ਹੈ। ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਹਾਡਾ ਨੱਕ ਤੇ ਮੂੰਹ ਪੂਰਾ ਕਵਰ ਕਰੇ ਅਤੇ ਘਰ ਪਹੁੰਚ ਕੇ ਇਹਨੂੰ ਰੋਜ਼ਾਨਾ, ਜੇ ਇਹ ਧੋਣ ਵਾਲਾ ਮਾਸਕ ਹੈ ਤਾਂ ਇਹਨੂੰ ਰੋਜ਼ਾਨਾ ਤੁਸੀਂ ਸਾਬਣ ਨਾਲ ਧੋ ਕੇ ਫਿਰ ਇਹਦਾ ਵਾਪਸ ਇਸਤੇਮਾਲ ਕਰਨਾ ਹੈ। ਇਸ ਤੋਂ ਇਲਾਵਾ ਇੱਕ ਬੇਸਿਕ ਸਮਾਜਿਕ ਦੂਰੀ, ਸੋਸ਼ਲ ਡਿਸਟੈਂਸਿੰਗ ਤੁਸੀਂ ਮੇਨਟੇਨ ਕਰਨੀ ਹੈ ਜਿਹੜੀ ਘੱਟੋ ਘੱਟ 1 ਮੀਟਰ ਹੋਣੀ ਚਾਹੀਦੀ ਹੈ। ਅਤੇ ਇੱਕ ਰੈਸਪੀਰੇਟਰੀ ਐਟੀਕੇਟਸ ਯਾਨੀ ਜਦੋਂ ਵੀ ਤੁਹਾਨੂੰ ਖੰਘ ਜਾਂ ਛੀਂਕ ਆਏ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੇ ਰੁਮਾਲ ਦਾ ਜਾਂ ਟਿਸ਼ੂ ਪੇਪਰ ਦਾ ਇਸਤੇਮਾਲ ਕਰਨਾ ਹੈ। ਜੇ ਤੁਹਾਡੇ ਕੋਲ ਰੁਮਾਲ ਜਾਂ ਟਿਸ਼ੂ ਪੇਪਰ ਨਾ ਹੋਵੇ ਤਾਂ ਤੁਸੀਂ ਆਪਣੀ ਮੁੜੀ ਵੀ ਬਾਜੂ 'ਚ ਇਸ ਤਰ੍ਹਾਂ ਖੰਘ ਸਕਦੇ ਹੋ ਜਾਂ ਛੀਂਕ ਸਕਦੇ ਹੋ। ਇਹਨੂੰ ਰੈਸਪੀਰੇਟਰੀ ਐਟੀਕੇਟਸ ਕਹਿੰਦੇ ਜਿਹਦਾ ਹਰ ਵੇਲੇ ਹਰ ਥਾਂ ਤੇ ਧਿਆਨ ਰੱਖਣਾ ਹੈ। ਲਾਸਟ ਬੇਸਿਕ ਜਿਹੜੀ ਜਾਣਕਾਰੀ ਇਹ ਹੈ ਕਿ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਫਲੂ ਦੇ ਕੋਈ ਵੀ ਲੱਛਣ ਜਿਵੇਂ ਕਿ ਖੰਘ ਬੁਖਾਰ ਲੱਗਦਾ ਹੋਵੇ ਤਾਂ ਤੁਸੀਂ ਆਪਣੇ ਨੇੜੇ ਦੇ ਹਸਪੀਟਲ ਜਾ ਕੇ ਆਪਣੀ ਚੈੱਕ ਜ਼ਰੂਰ ਕਰਵਾਓ ਤਾਂ ਕਿ ਤੁਹਾਡੀ ਜਾਂਚ ਹੋਣ ਤੋਂ ਬਾਅਦ ਸਾਨੂੰ ਪਤਾ ਲੱਗ ਸਕੇ ਕਿ ਕੀ ਤੁਹਾਡੇ ਜਿਹੜੇ ਲੱਛਣ ਹੈ ਉਹ ਕੋਰੋਨਾ ਦੇ ਹੈ ਜਾਂ ਕਿਸੇ ਹੋਰ ਬਿਮਾਰੀ ਦੇ ਹੈ। ਇਹ ਤਾਂ ਹੋ ਗਈ ਬੇਸਿਕ ਇਨਫੋਰਮੇਸ਼ਨ ਜਿਹੜੀ ਹਰ ਬੰਦੇ ਨੇ ਮੰਨਣੀ ਹੈ। ਹੁਣ ਇੰਡਸਟਰੀ ਦੇ ਲਈ ਕੁਝ ਸਪੈਸੀਫਿਕ ਖਾਸ ਹਿਦਾਇਤਾਂ ਨੇ ਜਿਵੇਂ ਕਿ
ਸਭ ਤੋਂ ਪਹਿਲਾਂ ਅਸੀਂ ਇੰਡਸਟਰੀ ਨੂੰ ਇਹ ਹਦਾਇਤ ਦਿੱਤੀ ਹੈ ਕਿ ਉਹਨਾਂ ਨੇ ਆਪਣੇ ਜਿੰਨੇ ਵੀ ਕੰਮ ਹੈ ਉਹਨਾਂ 'ਚ 50% ਇੱਕ ਟਾਈਮ ਤੇ ਬੁਲਾਣੇ ਹੈ, ਯਾਨੀ ਉਹਨਾਂ ਨੇ ਆਪਣੀ ਸ਼ਿਫਟਾਂ ਦਾ ਸਮਾਂ ਇਸ ਪ੍ਰਕਾਰ ਦਾ ਕਰਨਾ ਹੈ ਕਿ 50% ਲੋਕ ਇੱਕ ਦਿਨ ਤੇ 50% ਲੋਕ ਦੂਜੇ ਦਿਨ ਆਉਣਗੇ। ਇਸ ਤੋਂ ਇਲਾਵਾ ਇਹ ਜਿਹੜੇ ਲੋਕ ਆਣਗੇ ਇਹਨਾਂ ਦਾ ਜਿਹੜਾ ਸ਼ਿਫਟਾਂ ਦਾ ਸਮਾਂ ਆਉਣ ਦਾ ਜਾਣ ਦਾ ਹੈ ਉਸ ਤਰ੍ਹਾਂ ਦਾ ਸਟੈਗਰ ਕੀਤਾ ਜਾਣਾ ਹੈ, ਵੱਖਰਾ ਵੱਖਰਾ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕਿਸੇ ਵੀ ਵੇਲੇ ਆਉਂਦੇ ਵੇਲੇ ਜਾਂ ਜਾਂਦੇ ਵੇਲੇ ਇਹਨਾਂ ਦੀ ਭੀੜ ਇਕੱਠੀ ਨਾ ਹੋਏ। ਇਸ ਤੋਂ ਇਲਾਵਾ ਜਿਹੜੀ ਸ਼ਿਫਟਾਂ ਦਾ ਸਮਾਂ ਹੈ ਉਹ ਛੋਟਾ ਰੱਖਿਆ ਜਾਏ, 8 ਘੰਟੇ ਤੋਂ ਵੱਧ ਦੀ ਸ਼ਿਫਟ ਨਾ ਕੀਤੀ ਜਾਵੇ, ਸਰਕਾਰ ਵੱਲੋਂ ਹਿਦਾਇਤ ਕੀਤੀ ਜਾਂਦੀ ਹੈ। बीच बीच में घंटे ਦਾ ਸਮਾਂ ਜਦੋਂ ਮਿਲਦਾ ਹੈ ਇੱਕ ਸ਼ਿਫਟ ਤੋਂ ਦੂਸਰੇ ਸ਼ਿਫਟ ਦੇ ਵਿਚਕਾਰ, ਉਸ ਵੇਲੇ ਜਿਹੜੇ ਵੀ ਉਪਕਰਨ ਇੰਸਟਰੂਮੈਂਟ ਔਜ਼ਾਰ ਨੇ ਉਹਨਾਂ ਦਾ ਡਿਸਇਨਫੈਕਟੈਂਟ ਅਸੀਂ ਕਰ ਸਕਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅਸੀਂ ਕਈ ਵਾਰ ਦੱਸ ਚੁੱਕੇ ਨੇ ਕਿ ਡਿਸਇਨਫੈਕਸ਼ਨ ਕਰਨ ਲਈ ਤੁਸੀਂ ਸਾਬਣ ਦਾ ਪਾਣੀ ਜਾਂ 1% ਹਾਈਪੋ ਦੇ ਘੋਲ ਦਾ ਇਸਤੇਮਾਲ ਕਰ ਸਕਦੇ ਹੋ। ਘਰ ਤੋਂ ਕੰਮ ਕਰਨ ਲਈ ਵਰਕ ਫਰਮ ਹੋਮ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜੇ ਵੀ ਭੀੜ ਵਾਲੇ ਇਲਾਕੇ ਜਿਵੇਂ ਖਾਣ ਦੀ ਕੈਂਟੀਨ ਜਾਂ ਚਾਹ ਦੀ ਥਾਂ ਹੁੰਦੀ ਉੱਥੇ ਮਾਰਕਿੰਗ ਬਣਾਈ ਜਾਏ ਤਾਂ ਕਿ ਲੋਕਾਂ ਨੂੰ ਇਹ ਆਪਣੇ ਦੋ ਲੋਕਾਂ ਦੇ ਵਿਚਕਾਰ ਸੋਸ਼ਲ ਡਿਸਟੈਂਸਿੰਗ ਦਾ ਪਤਾ ਰਹੇ ਔਰ ਉਹ ਦੂਰੀ ਮੇਨਟੇਨ ਕਰ ਸਕਣ। ਬਾਇਓਮੈਟ੍ਰਿਕ ਅਟੈਂਡੈਂਸ ਜਿਹੜੀ ਆਪਾਂ ਅੰਗੂਠੇ ਦੇ ਨਿਸ਼ਾਨ ਜਾਂ ਉਂਗਲੀ ਦੇ ਨਿਸ਼ਾਨ ਦੇ ਨਾਲ ਜਿਹੜੀ ਅਟੈਂਡੈਂਸ ਲੈਂਦੇ ਹਾਂ ਉਹਨੂੰ ਇਸ ਕੋਵਿਡ ਦੇ ਚਲਦੇ ਬੰਦ ਕਰਨ ਦੀ ਵੀ ਹਿਦਾਇਤ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਜਿਹੜਾ ਇੰਸਟੀਟਿਊਸ਼ਨ ਹੈ ਜਾਂ ਤੁਹਾਡੀ ਫੈਕਟਰੀ 'ਚ ਲਿਫਟਾਂ ਲੱਗੀ ਹੋਈ ਹੈ ਤਾਂ ਕਾਈਂਡਲੀ ਧਿਆਨ ਰੱਖਿਆ ਜਾਵੇ ਕਿ ਲਿਫਟਾਂ ਦੇ ਬਾਹਰ ਜਾਂ ਲਿਫਟਾਂ ਦੇ ਵਿਚਕਾਰ ਸੈਨੀਟਾਈਜ਼ਰ ਰੱਖਿਆ ਜਾਵੇ ਅਤੇ ਜਦੋਂ ਵੀ ਕੋਈ ਬਟਨ ਨੱਪਣ ਤੋਂ ਬਾਅਦ ਆਪਣੇ ਹੱਥ ਜ਼ਰੂਰ ਸਾਫ਼ ਕਰ ਲਿੱਤੇ ਜਾਣ। ਰੈਸਪੀਰੇਟਰੀ ਐਟੀਕੇਟਸ ਅਸੀਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਖੰਘ ਤੇ ਛਿੱਕਣ ਦੇ ਆਪਣੀ ਕੋਣੀ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਕੋਲ ਰੁਮਾਲ ਜਾਂ ਕੋਈ ਨੈਪਕਿਨ ਹੋਵੇ, ਨਹੀਂ ਤਾਂ ਤੁਸੀਂ ਆਪਣੀ ਮੁੜੀ ਦੀ ਕੋਣੀ 'ਚ ਤੁਸੀਂ ਇਸ ਤਰ੍ਹਾਂ ਛਿੰਝ ਜਾਂ ਖੰਘ ਸਕਦੇ ਹੋ। ਟਰਾਂਸਪੋਰਟੇਸ਼ਨ, ਜੇ ਤੁਸੀਂ ਆਪਣੇ ਜਿਹੜੇ ਕਾਮਿਆਂ ਨੂੰ ਕਿਤੋਂ ਲੈ ਕੇ ਆਉਣਾ ਹੁੰਦਾ ਹੈ ਤਾਂ ਧਿਆਨ ਰੱਖੋ ਕਿ ਗਾੜੀ 'ਚ ਕੱਲਾ ਬੰਦਾ ਹੀ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜੇ ਇੱਕ ਕਾਰ 'ਚ ਇੱਕ ਤੋਂ ਵੱਧ ਲੋਕ ਲਾਣੇ ਤਾਂ ਧਿਆਨ ਰੱਖਿਆ ਜਾਏ 2 ਤੋਂ ਵੱਧ ਲੋਕ ਨਾ ਆਏ। ਬੱਸਾਂ, ਜੇ ਤੁਸੀਂ ਕੋਈ ਪਬਲਿਕ ਟਰਾਂਸਪੋਰਟ ਉਸ ਤਰ੍ਹਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਬੱਸਾਂ ਦੀ ਟੋਟਲ ਕੈਪੈਸਿਟੀ ਦਾ 30 ਤੋਂ 40% ਹੀ ਲੋਕਾਂ ਨੂੰ ਬੱਸ 'ਚ ਬਿਠਾਉਣਾ ਹੈ ਅਤੇ ਬੱਸ ਨੂੰ ਜਾਂ ਕੋਈ ਵੀ ਤੁਹਾਡਾ ਟਰਾਂਸਪੋਰਟੇਸ਼ਨ ਦਾ ਜਿਹੜਾ ਸਾਧਨ ਹੈ ਉਹਨੂੰ ਰੈਗੂਲਰ ਆਪਾਂ ਡਿਸਇਨਫੈਕਟੈਂਟ ਕਰਨਾ ਹੈ, ਜਿਹੜਾ ਅਸੀਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਉਹ ਸਾਬਣ ਦੇ ਪਾਣੀ ਦੇ ਨਾਲ ਹੋ ਸਕਦਾ ਹੈ ਜਾਂ 1% ਹਾਈਪੋ ਦੇ ਸੋਲੂਸ਼ਨ ਦੇ ਨਾਲ ਹੋ ਸਕਦਾ ਹੈ। ਤੁਹਾਡੇ ਜਿਹੜੇ ਫੈਕਟਰੀ ਦੇ ਇਨਡੋਰ ਏਰੀਆ, ਜਿਹੜੇ ਬੰਦ ਏਰੀਆਜ਼ ਹੁੰਦੇ ਨੇ, ਉਹਨਾਂ ਦਾ ਡੇਲੀ ਡਿਸਇਨਫੈਕਸ਼ਨ ਹੋਣਾ ਚਾਹੀਦਾ ਹੈ ਤੇ ਜਿਹੜੀ ਸਰਫੇਸ, ਜਿਹੜੀ ਸਤਹਾਂ ਜ਼ਿਆਦਾ ਇਸਤੇਮਾਲ ਹੁੰਦੀ ਹੈ ਉਹਨਾਂ ਦੀ ਦਿਨ ਵਿੱਚ 2 ਵਾਰ ਡਿਸਇਨਫੈਕਸ਼ਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਹੁਣ ਤੁਹਾਡੇ ਜਿਹੜੇ ਕੰਮ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਨੇ ਸਾਰੇ ਲੋਕਾਂ ਨੂੰ ਸਮਝਾਉਣ ਦੀ ਕਿ ਸਿਰਫ ਉਹੀ ਫੈਕਟਰੀਆਂ ਇਸ ਵੇਲੇ ਇਫੈਕਟਿਵਲੀ ਚੱਲ ਸਕਦੀਆਂ ਜਿਹੜੇ ਕਾਮਿਆਂ ਨੂੰ ਆਪਣੇ ਪ੍ਰੈਮਾਈਸਿਸ, ਆਪਣੇ ਬਾਉਂਡਰੀ ਵਾਲ 'ਚ ਰੱਖ ਕੇ ਆਪਣਾ ਕੰਮ ਕਰਵਾ ਸਕਦੀਆਂ। ਇੱਥੇ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਇਹਨਾਂ ਦੀ ਜਿਹੜੀ ਖਾਣ ਦੀ ਥਾਵਾਂ ਹੈ, ਫੂਡ ਜਿੱਥੇ ਇਹਨਾਂ ਨੂੰ ਤੁਸੀਂ ਖਾਣਾ ਸਰਵ ਕਰਨਾ ਹੈ, ਬ੍ਰੇਕਫਾਸਟ, ਲੰਚ ਤੇ ਡਿਨਰ, ਉੱਥੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਜਾਵੇ ਅਤੇ ਇੱਕ ਦੂਸਰੇ ਦੇ ਬਰਤਨ ਸਾਂਝੇ ਨਾ ਕੀਤੇ ਜਾਣ। ਦੂਜੀ, ਰਾਤੀ ਜਦੋਂ ਇਹਨਾਂ ਸੌਣ ਦੀ ਥਾਂ ਹੈ ਉਹ ਪ੍ਰੋਪਰਲੀ ਵੈਂਟੀਲੇਟਡ ਹੋਣੀ ਚਾਹੀਦੀ ਹੈ ਅਤੇ ਇਹਨਾਂ ਦੀ ਸੌਣ ਦੇ ਥਾਵਾਂ ਦੇ ਵਿਚਕਾਰ ਵੀ ਘੱਟੋ ਘੱਟ 1 ਮੀਟਰ ਦੀ ਡਿਸਟੈਂਸ ਹੋਣੀ ਚਾਹੀਦੀ ਹੈ। ਇਹਨਾਂ ਦੇ ਜਿਹੜੇ ਟਾਇਲਟਸ ਹੈ ਉਹਨਾਂ ਦੀ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਹਨਾਂ ਦਾ ਵੀ ਡਿਸਇਨਫੈਕਸ਼ਨ ਰੈਗੂਲਰਲੀ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ। ਤੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਪੋਂਚਾ ਜਾਂ ਝਾੜੂ ਬਾਹਰ ਦੀ ਸਿੰਕ ਦੇ ਲਈ ਇਸਤੇਮਾਲ ਕਰ ਰਹੇ ਹੋ ਉਹ ਜਿਹੜਾ ਅੰਦਰ ਕਮੋਡ ਤੇ ਟਾਇਲਟ ਸੀਟ ਦੀ ਸਫਾਈ ਲਈ ਉਸੇ ਉਪਕਰਨਾਂ ਦਾ ਇਸਤੇਮਾਲ ਨਾ ਕੀਤਾ ਜਾਏ। ਵੱਖਰੇ 2 ਸੈੱਟ ਰੱਖੇ ਜਾਣੇ ਚਾਹੀਦੇ ਨੇ। ਕਾਮਿਆਂ ਤੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੇਲੇ ਹੱਥ ਮਿਲਾਉਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਧੂਮਰਪਾਨ ਜਾਂ ਤੰਬਾਕੂ ਚਬਾਉਣਾ ਅਤੇ ਥੂਕਣਾ ਇਸ ਵੇਲੇ ਪੂਰਨ ਤੌਰ ਤੇ ਵਰਜਿਤ ਹੈ, ਉਹਦਾ ਵੀ ਧਿਆਨ ਰੱਖਿਆ ਜਾਵੇ। ਇਸ ਤੋਂ ਬਾਵਜੂਦ ਵੀ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ, ਤੁਸੀਂ ਜੇ ਕੋਈ ਲੱਗਦਾ ਹੈ ਕਿ ਤੁਹਾਡੇ ਕੁਝ ਜੈਨੂਇਨ ਕੰਸਰਨ ਹੈ ਤਾਂ ਤੁਸੀਂ ਸਾਡੀ ਹੈਲਪਲਾਈਨ 104 ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡਾ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ 0172 2920074 ਇਸ ਤੇ ਵੀ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਮੋਬਾਈਲ ਨੰਬਰ 8872 090029 ਤੇ ਵੀ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ। ਅੰਤ ਵਿੱਚ ਅਸੀਂ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਵਿੱਚ ਤੁਹਾਡੇ ਸਹਿਯੋਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਜਿਹੜੀ ਸਮਾਜਿਕ ਦੂਰੀ ਉਹ ਬਣਾਏ ਰੱਖੋ ਤੇ ਆਪਣੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ। ਘਰ ਰਹੋ, ਸੁਰੱਖਿਅਤ ਰਹੋ ਤੇ ਸਿਹਤਮੰਦ ਰਹੋ। ਧੰਨਵਾਦ।